ਗੈਂਗਸਟਰਾਂ ਦੇ ਖਿਲਾਫ ਮਾਨ ਸਰਕਾਰ ਦੀ ਸਖਤੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਦਾ ਕੀਤਾ ਐਲਾਨ। ਏਡੀਜੀਪੀ ਰੈਂਕ ਦਾ ਅਧਿਕਾਰੀ ਕਰੇਗਾ ਅਗਵਾਈ। ਸੀਐਮ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਦੇ ਨਾਲ ਕੀਤੀ ਮੀਟਿੰਗ। ਵਿਕਰਮ ਮਜੀਠੀਆ ਨੇ ਜੇਲ੍ਹ ਦੇ ਵਿੱਚ ਆਪਣੀ ਜਾਨ ਨੂੰ ਦੱਸਿਆ ਖਤਰਾ। ਮੁੜ ਸਪੈਸ਼ਲ ਬੈਰਕ ਦੇ ਵਿੱਚ ਸ਼ਿਫਟ ਕੀਤੇ ਜਾਣ ਦੀ ਮੰਗ। ਐਪਲੀਕੇਸ਼ਨ ਦੇ ਵਿੱਚ ਜੇਲ੍ਹ ਮੰਤਰੀ ਅਤੇ ਸਰਕਾਰ ਤੇ ਲਗਾਏ ਗੰਭੀਰ ਇਲਜ਼ਾਮ। ਨਸ਼ੇ ਖਿਲਾਫ ਐਕਸ਼ਨ ਦੇ ਵਿੱਚ ਪੰਜਾਬ ਪੁਲਿਸ। ਨੰਗਲ ਦੇ ਵਿੱਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ। ਝੁੱਗੀ ਝੋਪੜੀ ਵਾਲੇ ਧਮਕਾਏ, ਕਿਹਾ ਸੁਧਰ ਜਾਓ ਵਰਨਾ ਖੈਰ ਨਹੀਂ। ਮੋਗਾ ਦੇ ਵਿੱਚ ਵੀ ਸੁੱਤੇ ਪਏ ਲੋਕਾਂ ਤੇ ਜਾ ਮਾਰੇ ਛਾਪੇ। ਗੁਰਦਾਸਪੁਰ ਦੇ ਪਿੰਡ ਪੁਲੜਾ ਦੇ ਵਿੱਚ ਪੀੜਤ ਪਰਿਵਾਰ ਨੂੰ ਮਿਲੇ ਸਿੱਧੂ। ਕਾਂਗਰਸੀ ਸਰਪੰਚ ਦੇ ਪਤੀ ਸਣੇ 4 ਲੋਕਾਂ ਦੀ ਗਈ ਸੀ ਜਾਨ। ਜ਼ਮੀਨੀ ਵਿਵਾਦ ਦੌਰਾਨ 2 ਧਿਰਾਂ ਦੇ ਵਿਚਾਲੇ ਚੱਲੀ ਸੀ ਗੋਲੀ। ਪੰਜਾਬ ਦੇ ਮਤੇ ਖਿਲਾਫ ਹਰਿਆਣਾ ਵਿਧਾਨ ਸਭਾ ਦੇ ਵਿੱਚ ਵੀ ਮਤਾ ਪਾਸ। ਚੰਡੀਗੜ੍ਹ ਦੇ ਮਸਲੇ ਤੇ ਜਤਾਈ ਚਿੰਤਾ। ਪੰਜਾਬ ਤੋਂ ਮੰਗਿਆ ਦਰਿਆਵਾਂ ਦਾ ਪਾਣੀ। ਕਿਹਾ ਐਸਪੀਐਲ ਦੇ ਨਾਲ ਹਾਂਸੀ ਬੁਟਾਣਾ ਨਹਿਰ ਦੀ ਵੀ ਮਿਲੇ ਇਜਾਜ਼ਤ। ਚੰਡੀਗੜ੍ਹ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ। ਬੋਲੇ ਜਦੋਂ ਤੱਕ ਐਸਵਾਈਐਲ ਹਿੰਦੀ ਬੋਲਦੇ ਇਲਾਕੇ ਅਤੇ ਵੱਖਰੀ ਰਾਜਧਾਨੀ ਦੇ ਲਈ ਕੇਂਦਰ ਪੈਸੇ ਨਹੀਂ ਦਿੰਦਾ, ਉਸ ਵੇਲੇ ਤੱਕ ਜਾਰੀ ਰਹੇਗੀ ਚੰਡੀਗੜ੍ਹ ਤੇ ਹਰਿਆਣਾ ਦੀ ਹਿੱਸੇਦਾਰੀ। ਪੰਜਾਬ ਸਰਕਾਰ ਨੇ ਰੱਦ ਕੀਤਾ ਹਰਿਆਣਾ ਦਾ ਮਤਾ। ਖਜ਼ਾਨਾ ਮੰਤਰੀ ਹਰਪਾਲ ਚੀਮਾ ਬੋਲੇ ਜਿੱਥੋਂ ਤੱਕ ਲੜਾਈ ਲੜਨੀ ਪਵੇ ਲੜਾਂਗੇ, ਪਰ ਚੰਡੀਗੜ੍ਹ ਹਰ ਹਾਲ ਦੇ ਵਿੱਚ ਲੈ ਕੇ ਰਹਾਂਗੇ। ਚੰਡੀਗੜ੍ਹ ਨੂੰ ਲੈ ਕੇ ਗ੍ਰਹਿ ਮੰਤਰਾਲੇ ਦਾ ਵੱਡਾ ਬਿਆਨ। ਕਿਹਾ ਡੈਪੂਟੇਸ਼ਨ ਦੇ ਲਈ ਕਿਸੇ ਸੂਬੇ ਦਾ ਕੋਈ ਹਿੱਸਾ ਤੈਅ ਨਹੀਂ। ਪੰਜਾਬ ਤੇ ਹਰਿਆਣਾ 60-40 ਦੇ ਅਨੁਪਾਤ ਦਾ ਕਰਦੇ ਆਏ ਨੇ ਦਾਅਵਾ। ਇਹ ਲੰਬੀ ਮਾਮਲੇ ਨੂੰ ਲੈ ਕੇ ਡੀਸੀ ਡੀਐਸਪੀ ਤੇ ਐਕਸ਼ਨ ਲਵੇਗੀ ਮਾਨ ਸਰਕਾਰ। ਸੀਐਮ ਨਾਲ ਮੁਲਾਕਾਤ ਤੋਂ ਬਾਅਦ ਉਗਰਾਹਾਂ ਦਾ ਵੱਡਾ ਦਾਅਵਾ। ਮੁਕਤਸਰ ਦੇ ਤਤਕਾਲੀ ਡੀਸੀ ਖਿਲਾਫ ਕਾਰਵਾਈ ਦਾ ਮਿਲਿਆ ਭਰੋਸਾ। ਫਸਲ ਦੇ ਮੁਆਵਜ਼ੇ ਤੇ ਬਣੀ ਸਹਿਮਤੀ। ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਕਰਵਾਏਗੀ ਵੱਡਾ ਸਮਾਗਮ। 20 ਅਪ੍ਰੈਲ ਤੋਂ 2 ਦਿਨਾਂ ਦੇ ਲਈ ਲਾਲ ਕਿਲੇ ਤੇ ਹੋਣਗੇ ਪ੍ਰੋਗਰਾਮ। ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹੋਣਗੇ ਸ਼ਾਮਿਲ। ਰਾਜ ਸਭਾ ਚੇਅਰਪਰਸਨ ਦੀ ਸਾਰੇ ਸੂਬਿਆਂ ਨੂੰ ਹਦਾਇਤ। ਸਾਈਨ ਬੋਰਡਸ ਦੇ ਉੱਤੇ ਪਹਿਲਾਂ ਹੋਵੇ ਮਾਂ ਬੋਲੀ, ਫਿਰ ਹਿੰਦੀ ਅਤੇ ਅੰਗਰੇਜ਼ੀ। ਵੈਂਕਈਆ ਨਾਇਡੂ ਬੋਲੇ ਪੂਰੇ ਦੇਸ਼ ਦੇ ਵਿੱਚ ਲਾਗੂ ਹੋਣੀ ਚਾਹੀਦੀ ਹੈ ਇਹ ਪਾਲਿਸੀ। ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਕੱਲ ਪੁਲਿਸ ਦੇ ਐਕਸ਼ਨ ਦੀ, ਜਾਂ ਕਹੀਏ ਕਿ ਪੁਲਿਸ ਦੀ ਮਨਮਾਨੀ ਦੀ, ਜਾਂ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਕੀਤੀਆਂ ਜਾਂਦੀਆਂ ਟਿੱਪਣੀਆਂ ਜਾਂ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਸਟਾਈਲ ਦੀ, ਜਿਸ ਦੇ ਉੱਤੇ ਹੁਣ ਸਵਾਲ ਉੱਠ ਰਹੇ ਨੇ। ਖਬਰ ਨੰਗਲ ਤੋਂ ਹੈ। ਨੰਗਲ ਦੇ ਵਿੱਚ ਨਸ਼ੇ ਖਿਲਾਫ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ। ਨੰਗਲ 'ਚ ਨਸ਼ੇ ਖਿਲਾਫ ਪੁਲਿਸ ਦੇ ਐਕਸ਼ਨ ਦੇ ਦੌਰਾਨ ਝੁੱਗੀ ਝੋਪੜੀਆਂ ਦੀ ਤਲਾਸ਼ੀ ਲਈ ਗਈ। ਇਹ ਮੁਹਿੰਮ ਚਲਾਈ ਗਈ। ਡੀਐਸਪੀ ਸਤੀਸ਼ ਸ਼ਰਮਾ ਝੁੱਗੀ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਨਜ਼ਰ ਆਏ ਤੇ ਚੇਤਾਵਨੀ ਦਾ ਜੋ ਲਹਿਜ਼ਾ ਸੀ, ਅੰਦਾਜ਼ ਸੀ, ਸਟਾਈਲ ਸੀ, ਉਹ ਵੀ ਖੂਬ ਚਰਚਾ ਦੇ ਵਿੱਚ ਹੈ। ਤੇ ਉਸ ਦੇ ਵਿੱਚ ਕਿਹਾ ਗਿਆ ਕਿ ਸੁਧਰ ਜਾਓ ਨਹੀਂ ਤਾਂ ਫਿਰ ਖੈਰ ਨਹੀਂ, ਤੇ ਕੁਝ ਗਲਤ ਕੀਤਾ ਤਾਂ ਝੁੱਗੀਆਂ ਟਵਾ ਦਿਓ। ਇਹ ਵੀ ਡੀਐਸਪੀ ਦੇ ਵੱਲੋਂ ਕਿਹਾ ਗਿਆ। ਇਸ ਸਮੇਂ ਸਾਡੇ ਨਾਲ ਖੁਦ ਸਤੀਸ਼ ਕੁਮਾਰ ਜੀ ਜੁੜ ਚੁੱਕੇ ਨੇ, ਡੀਐਸਪੀ ਨੇ ਨੰਗਲ ਦੇ। ਡੀਐਸਪੀ ਸਾਹਿਬ ਸਵਾਗਤ ਹੈ। ਤੁਹਾਡੇ ਵੱਲੋਂ ਜਿਹੜਾ ਐਕਸ਼ਨ ਲਿਆ ਗਿਆ, ਸਭ ਤੋਂ ਪਹਿਲਾਂ ਉਸ ਦੀ ਥੋੜੀ ਜਾਣਕਾਰੀ ਦੇ ਦਿਓ ਕਿ ਇਹ ਨਸ਼ੇ ਖਿਲਾਫ ਜਿਹੜਾ ਤੁਸੀਂ ਐਕਸ਼ਨ ਲਿਆ ਔਰ ਝੁੱਗੀ ਝੋਪੜੀਆਂ ਤੱਕ ਪਹੁੰਚੇ, ਕੋਈ ਇਨਪੁਟ ਸੀ ਤੁਹਾਡੇ ਕੋਲ ਕਿ ਉੱਥੇ ਨਸ਼ੇ ਨੂੰ ਲੈ ਕੇ ਕੋਈ ਉੱਥੇ ਕੰਮ ਚੱਲ ਰਿਹਾ ਜਾਂ ਕੋਈ ਵਪਾਰ ਹੈ, ਕੋਈ ਨਸ਼ੇੜੀ ਆ ਉੱਥੇ? ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ੍ਰੀ ਅਕਾਲ ਜੀ, ਆਵਾਜ਼ ਆ ਰਹੀ ਹੈ ਤੁਹਾਡੀ? ਹਾਂ ਸਤਿ ਸ਼੍ਰੀ ਅਕਾਲ ਵੀਰ ਜੀ। ਭਾਜੀ ਪਤਾ ਕੀ ਗੱਲ ਸੀ, ਅਸੀਂ ਕਈ ਦਿਨਾਂ ਤੋਂ ਨਾ ਵੀ ਸਾਰੀ ਝੁੱਗੀ ਝੋਪੜੀਆਂ 'ਚ ਬਾਰ-ਬਾਰ ਸਾਨੂੰ ਸ਼ਿਕਾਇਤਾਂ ਆਉਂਦੀਆਂ ਸੀ ਵੀ ਇੱਥੇ ਕੋਈ ਨਸ਼ੇ ਦੇ ਵਾਲੇ ਵੀ ਛੋਟੇ ਵੀ ਇਹ ਜਾਂਦੇ ਆਉਂਦੇ ਆ ਜੀ, ਨਸ਼ਾ ਕਰਦੇ ਛੋਟੇ ਲੈਵਲ ਤੇ ਵੀ, ਕਦੇ ਕਿਤੇ ਕਦੇ ਕਿਸੇ ਪਾਸੇ, ਇਹਨਾਂ ਦੀ ਕਈ ਸ਼ਿਕਾਇਤਾਂ ਆਉਂਦੀਆਂ ਸੀ ਜੀ। ਇਸ ਕਰਕੇ ਅੱਜ ਐਸਐਚਓ ਸਾਹਿਬ ਨੂੰ ਨਾਲ ਲੈ ਕੇ ਸਾਰੀ ਪੁਲਿਸ ਲੈ ਕੇ ਨਾਲ ਤੇ ਅਸੀਂ ਝੁੱਗੀ ਝੋਪੜੀਆਂ 'ਚ ਰੇਡ ਕੀਤਾ ਜੀ। ਹਾਂਜੀ। ਨਹੀਂ ਤੁਸੀਂ ਤੁਹਾਡਾ ਜਿਹੜਾ ਬੋਲਣ ਦਾ ਅੰਦਾਜ਼ ਸੀਗਾ ਉਹ ਖੂਬ ਚਰਚਾ ਦੇ ਵਿੱਚ ਹੈ ਇਸ ਸਮੇਂ। ਉਸ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਵੀ ਨੇ। ਤੁਸੀਂ ਉੱਥੇ ਕਹਿ ਰਹੇ ਹੋ ਕਿ ਜੇਕਰ ਕੋਈ ਅਜਿਹੀ ਗੱਲ ਪਾਈ ਗਈ ਤਾਂ ਝੁੱਗੀਆਂ ਢਵਾ ਦਿਓ, ਜੇ ਹੋਰ ਕੋਈ ਫੜਿਆ ਗਿਆ ਤਾਂ ਫਿਰ ਖੈਰ ਨਹੀਂ।
ਨਹੀਂ ਸਰ, ਇਹ ਜ਼ਰੂਰ ਹੀ ਫੜਿਆ ਗਿਆ ਤਾਂ ਅਸੀਂ ਮੁਕੱਦਮਾ ਹੀ ਦਰਜ ਕਰਾਂਗੇ। ਖੈਰ ਤੇ ਇਹੀ ਹੋਗੀ ਜੀ, ਜਦੋਂ ਫੜਾਂਗੇ ਕਿਸੇ ਨੂੰ ਤਾਂ ਮੁਕੱਦਮਾ ਦਰਜ ਕਰਾਂਗੇ ਤੇ ਕਾਨੂੰਨੀ ਕਾਰਵਾਈ ਤੇ ਕਰਾਂਗੇ ਨਾ ਜੀ। ਨਹੀਂ ਤੁਹਾਨੂੰ ਲੱਗਦਾ ਤੁਹਾਡਾ ਸਟਾਈਲ ਠੀਕ ਸੀ? ਨਹੀਂ, ਝੁੱਗੀ ਝੋਪੜੀਆਂ ਢਵਾਉਣ ਵਾਲਾ ਅਸੀਂ ਕੌਣ ਆ ਜੀ? ਝੁੱਗੀ ਝੋਪੜੀਆਂ ਢਵਾਉਣ ਵਾਲੇ ਸਾਡਾ ਇਹੋ ਜਿਹਾ ਕੋਈ ਮਕਸਦ ਨਹੀਂ ਜੀ ਝੁੱਗੀ ਝੋਪੜੀਆਂ ਢਵਾਉਣ ਦਾ। ਠੀਕ ਨਹੀਂ ਜੀ। ਦੇਖੋ ਜਿਹੜਾ ਕੋਈ ਗਲਤ ਕੰਮ ਕਰੂਗਾ ਉਹਨੂੰ ਤਾਂ ਅਸੀਂ ਨਹੀਂ ਬਖਸ਼ਾਂਗੇ ਜੀ, ਉਹਦੇ ਤੇ ਕਾਰਵਾਈ ਤੇ ਕਰਾਂਗੇ ਜੀ। ਅੱਛਾ, ਬਰਾਮਦ ਕੀ ਹੋਈ ਉੱਥੋਂ ਕੁਝ ਜਿਹੜੇ ਝੁੱਗੀ ਝੋਪੜੀਆਂ ਦੇ ਵਿੱਚ ਤੁਸੀਂ ਪਹੁੰਚੇ ਸੀ, ਉੱਥੇ ਤੁਹਾਡੀ ਟੀਮ ਪੂਰੀ ਤਲਾਸ਼ੀ ਲੈ ਰਹੀ ਸੀ? ਹੋਈ ਹੈ ਜੀ, ਹੋਈ ਹੈ। ਬਰਾਮਦਗੀ ਹੋਈ ਹੈ ਜੀ। ਇੱਕ ਤੁਹਾਡਾ ਹੋਰ ਵੀ ਬਿਆਨ ਚਰਚਾਵਾਂ ਦੇ ਵਿੱਚ ਹੈ, ਜਿਹੜਾ ਤੁਸੀਂ ਉੱਥੇ ਜਿਹੜੀਆਂ ਝੁੱਗੀ ਝੋਪੜੀ ਦੀਆਂ ਮਹਿਲਾਵਾਂ ਨੇ ਉਹਨਾਂ ਵੱਲ ਇਸ਼ਾਰਾ ਕਰਕੇ ਕਹਿ ਰਹੇ ਹੋ ਕਿ ਇੱਕ ਵੀ ਫੜੀ ਗਈ ਤਾਂ ਮੈਂ ਬਾਕੀ ਸਭ ਨੂੰ ਲਪੇਟੇ 'ਚ ਲੈ ਲਵਾਂਗਾ। ਉਸ ਦੇ ਉੱਤੇ ਵੀ ਬਹੁਤ ਇਤਰਾਜ਼ ਹੈ। ਨਹੀਂ, ਦੇਖੋ ਮੇਰੇ ਨਾਲ ਸਬ ਇੰਸਪੈਕਟਰ ਸਾਡੀ ਸੀ, ਲੇਡੀ ਸਬ ਇੰਸਪੈਕਟਰ ਸੀ ਜੀ, 5-6 ਮਹਿਲਾ ਜਿਹੜੀਆਂ ਸਾਡੀਆਂ ਸੀ ਕਾਂਸਟੇਬਲ ਸੀ ਸਾਰੇ। ਅਸੀਂ ਏਦਾਂ ਥੋੜੀ ਮੈਂ ਇਕੱਲਾ ਜਾ ਕੇ ਵੀ ਮਹਿਲਾਵਾਂ ਨੂੰ ਹੁਕਮ ਏਦਾਂ ਦੀ ਗੱਲ ਕੋਈ ਨਹੀਂ ਹੋਈ, ਏਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਜੀ। ਹਾਂਜੀ। ਅੱਛਾ, ਤੁਹਾਨੂੰ ਲੱਗਦਾ ਕਿ ਤੁਹਾਡਾ ਹੋਰ ਪੋਲਾਈਟ ਹੋ ਸਕਦਾ ਸੀ? ਕਿਉਂਕਿ ਪੁਲਿਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠਦੇ, ਤੁਸੀਂ ਤਾਂ ਬਹੁਤ ਵੱਡੇ ਅਹੁਦੇ ਉੱਤੇ ਹੋ, ਤੁਹਾਨੂੰ ਲੱਗਦਾ ਕਿ ਥੋੜਾ ਹੋਰ ਪੋਲਾਈਟ ਹੋ ਸਕਦਾ ਸੀ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਤੁਹਾਡਾ ਸਟਾਈਲ? ਬਿਲਕੁਲ ਭਾਜੀ, ਕੋਈ ਏਦਾਂ ਦੀ ਗੱਲ ਨਹੀਂ ਹੈ ਜੀ। ਏਦਾਂ ਦੀ ਗੱਲ ਨਹੀਂ ਹੈ। ਦੇਖੋ ਜਿਹੜਾ ਗਲਤ ਕੰਮ ਕਰੂਗਾ, ਦੇਖੋ ਹੁਣ ਤਾਂ ਅਸੀਂ ਤੁਹਾਨੂੰ ਅਸੀਂ ਕਹਿੰਦੇ ਵੀ ਨਹੀਂ ਠੀਕ ਹੈ, ਜਿਹੜਾ ਗਲਤ ਕਰੂਗਾ ਉਹਦੇ ਤਾਂ ਅਸੀਂ ਮੁਕੱਦਮਾ ਦਰਜ ਕਰਾਂਗੇ, ਉਹਨੂੰ ਤਾਂ ਬਖਸ਼ਣਾ ਨਹੀਂ। ਚਲੋ ਉਹ ਤਾਂ ਆਬਵੀਅਸ ਤਾਂ ਕਾਰਵਾਈ ਕਰੇਗੀ। ਜੇਕਰ ਕਿਸੇ ਕੋਲ ਨਸ਼ਾ ਮਿਲਦਾ, ਕੋਈ ਵੇਚਦਾ ਹੈ, ਉਸ ਦਾ ਕੋਈ ਦੋ ਰਾਏ ਨਹੀਂ ਹੈ ਕਿ ਤੁਸੀਂ ਉਸ ਦੇ ਉੱਤੇ ਕਾਰਵਾਈ ਕਰੋਗੇ। ਦਰਅਸਲ ਤੁਹਾਡੇ ਬਿਆਨ ਦੀ ਚਰਚਾ ਇਸ ਕਰਕੇ ਡੀਐਸਪੀ ਸਾਹਿਬ ਜ਼ਿਆਦਾ ਹੈ ਕਿਉਂਕਿ ਜਿਹੜਾ ਸਟਾਈਲ ਹੈ ਨਾ ਉਸ ਨੂੰ ਲੈ ਕੇ ਇਤਰਾਜ਼ ਹੈ ਕਈ ਲੋਕਾਂ ਨੂੰ। ਹੋ ਸਕਦਾ ਹੈ ਕਿ ਜਿਸ ਤਰੀਕੇ ਦਾ ਬਿਆਨ ਤੁਸੀਂ ਮੇਰੇ ਨਾਲ ਰਹੇ ਹੋ, ਮੈਂ ਇੱਕ ਵਾਰੀ ਸੁਣਵਾ ਦੇਵਾਂ ਆਪਣੇ ਦਰਸ਼ਕਾਂ ਨੂੰ ਕਿ ਜਿਹੜਾ ਤੁਹਾਡਾ ਬਿਆਨ, ਇਨਫੈਕਟ ਸ਼ਾਇਦ ਉਹ ਵੀਡੀਓ ਤੁਹਾਡੇ ਤੱਕ ਨਹੀਂ ਪਹੁੰਚੀ ਹੋਣੀ, ਮੈਂ ਇੱਕ ਵਾਰੀ ਸੁਣਵਾ ਦੇਣਾ ਆਪਣੇ ਦਰਸ਼ਕਾਂ ਨੂੰ ਕਿ ਆਖਿਰ ਉਸ ਸਮੇਂ ਉੱਥੇ ਕੀ ਗੱਲਬਾਤ ਹੋਈ। ਪਤਾ ਲੱਗ ਇਹ ਰੂਟੀਨ ਦੀ ਝੁੱਗੀ ਝੋਪੜੀਆਂ ਦੀ ਚੈਕਿੰਗ ਹੈ ਸਾਡੀ। ਜਿਹੜੇ ਹੁਣ ਇਹ ਬਸ ਇਹਨਾਂ ਸਾਰਿਆਂ ਨੂੰ ਬੁਲਾ ਲਓ, ਬਸ ਕੋਈ ਨਹੀਂ ਚੈੱਕ ਬੁਲਾ ਲਓ, ਸਾਰਿਆਂ ਨੂੰ ਸਮਝਾਣਾ ਹੀ ਹੁੰਦੀ ਹੈ। ਬੁਲਾ ਆ ਜਿੰਨੇ ਇਹਨਾਂ ਦੇ ਜਿਹੜਾ ਗੰਦ ਪਾ ਰੱਖਿਆ ਜੀ ਜਲੰਧਰ ਭੇਜ ਦਿਆ। ਚੋਰੀ ਕੀਤੀ ਸੀ ਮੇਰੇ ਕਰੋੜੇ ਆਈ ਤਰੀਕ ਨੂੰ ਆਉਣਾ ਜ਼ਮਾਨਤ ਤੇ ਆਤੇ ਉਹ ਇੱਥੇ ਆਣਾ ਨਹੀਂ ਚਾਹੀਦਾ, ਠੀਕ ਹੈ? ਇਹਦਾ ਝੁੱਗੀਆਂ ਢਵਾ ਦੇਣੀਆਂ ਮੈਂ ਸਾਰੀਆਂ ਹੀ। ਤੁਹਾਨੂੰ ਉਰੇ ਰਹਿਣ ਦਿੱਤਾ ਹੈ ਨਾ, ਰਹਿ ਲਓ ਉਰੇ ਚੱਜ ਨਾਲ, ਠੀਕ ਹੈ ਨਾ? ਜੇ ਪਤਾ ਲੱਗ ਗਿਆ ਦੁਬਾਰਾ ਕੰਪਲੇਂਟ ਆ ਗਈ ਵੀ ਇੱਥੇ ਤੁਸੀਂ ਕੋਈ ਗਲਤ ਕੰਮ ਕੀਤਾ ਹੈ, ਕੋਈ ਚੋਰੀ ਕੀਤੀ ਹੈ, ਨਸ਼ਾ ਵੇਚਿਆ, ਫਿਰ ਸਾਰਿਆਂ ਨੂੰ ਲੈ ਕੇ ਜਾਓ ਜਾ ਕੇ। ਵੇਚ ਲੈ ਕੇ ਜਾਊਗਾ ਬੰਨ ਕੇ। ਨਹੀਂ ਤਾਂ ਕੋਈ ਹੈ ਨਹੀਂ ਇੱਥੇ ਕੋਈ ਇਸ ਤਰ੍ਹਾਂ ਕੰਮ ਬਾਹਰ। ਡੀਐਸਪੀ ਸਤੀਸ਼ ਸ਼ਰਮਾ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਸਰ, ਹੋਪਫੁਲੀ ਤੁਸੀਂ ਸੁਣਿਆ ਹੋਏਗਾ ਇਸੀ ਪੁਆਇੰਟ ਨੂੰ ਲੈ ਕੇ ਇਤਰਾਜ਼ ਹੈ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਦੇਖ ਲਓ ਕੁਝ ਹੋਇਆ ਤਾਂ ਫਿਰ ਝੁੱਗੀਆਂ ਢਵਾ ਦੂੰਗਾ ਤੁਹਾਡੀਆਂ। ਨਹੀਂ, ਝੁੱਗੀਆਂ ਢਵਾਉਣ ਵਾਲੀ ਕੋਈ ਗੱਲ ਨਹੀਂ ਏਦਾਂ ਦੀ। ਪਰ ਪਤਾ ਕੀ ਗੱਲ ਹੈ, ਕਈ ਵਾਰ ਦੇਖੋ ਜਦੋਂ ਕ੍ਰਾਈਮ ਹੁੰਦਾ ਹੋਵੇ ਤਾਂ ਉੱਥੇ ਮਾੜੀ ਮੋਟੀ ਸਖਤਾਈ ਸਾਨੂੰ ਕਰਨੀ ਪੈਂਦੀ ਹੈ ਜੀ। ਹੋਰ ਕੋਈ ਏਦਾਂ ਦੀ ਗੱਲ ਨਹੀਂ ਹੈ, ਨਾ ਸਾਡਾ ਕੋਈ ਏਦਾਂ ਦਾ ਮਕਸਦ ਹੈ ਵੀ ਕਿ ਝੁੱਗੀਆਂ ਢਵਾ ਦਈਏ, ਕੋਈ ਇਹੋ ਜਿਹਾ ਕਰ ਦਈਏ। ਠੀਕ ਨਹੀਂ ਜੀ? ਤੁਸੀਂ ਵੀ ਸਮਝਦਾਰ, ਤੁਸੀਂ ਸਿਆਣੇ ਹੋ ਸਾਡੇ ਨਾਲ, ਤੁਹਾਨੂੰ ਵੀ ਪਤਾ ਸਾਰੀ ਗੱਲ ਦਾ ਵੀ ਇੰਨਾ ਮਾੜਾ ਉਹ ਬਾਰ-ਬਾਰ ਜੀ ਸਮਝਾਉਣਾ ਹੀ ਹੁੰਦਾ ਵੀ ਆਹ ਨਾ ਕਰੋ ਬਾਰ-ਬਾਰ, ਵੀ ਠੀਕ ਨਹੀਂ। ਠੀਕ ਨਹੀਂ ਜੀ? ਠੀਕ ਹੈ, ਚਲੋ ਸਤੀਸ਼ ਜੀ ਧੰਨਵਾਦ ਜੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਦੇਖੋ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ, ਉਸ ਦੇ ਉੱਤੇ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਹੈ, ਔਰ ਜੇਕਰ ਕਿਸੇ ਦੇ ਉੱਤੇ ਕੋਈ ਨਸ਼ੇ ਨੂੰ ਲੈ ਕੇ ਇਲਜ਼ਾਮ ਨੇ, ਉਸ ਦੇ ਉੱਤੇ ਕੋਈ ਕਾਰਵਾਈ ਪੁਲਿਸ ਕਰਦੀ ਹੈ ਤਾਂ ਉਸ ਦੇ ਉੱਤੇ ਵੀ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਨਾ ਹੋਏਗਾ। ਪਰ ਜਿਹੜੀ ਟਿੱਪਣੀਆਂ ਹੋਈਆਂ ਉਸ ਨੂੰ ਲੈ ਕੇ ਹੀ ਸਵਾਲ ਉੱਠ ਰਹੇ ਸੀ, ਇਸ ਕਰਕੇ ਅਸੀਂ ਤੁਹਾਡਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਧੰਨਵਾਦ। ਉਧਰ ਮੋਗਾ ਦੇ ਵਿੱਚ ਵੀ ਪੁਲਿਸ ਨੇ ਤੜਕਸਾਰੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਸੁੱਤੇ ਪਏ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲਈ। ਪੁਲਿਸ ਨੇ ਗੱਡੀਆਂ, ਬਿਸਤਰੇ, ਹਰ ਚੀਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਖੰਗਾਲਿਆ। ਘਰਾਂ 'ਚ ਪੁਲਿਸ, ਛੱਤਾਂ ਤੇ ਪੁਲਿਸ, ਅਲਮਾਰੀਆਂ ਛਾਣਦੀ ਪੁਲਿਸ, ਬਿਸਤਰੇ ਫਰੋਲਦੀ ਪੁਲਿਸ, ਹਰ ਪਾਸੇ ਪੁਲਿਸ ਹੀ ਪੁਲਿਸ। ਜੀ ਹਾਂ, ਤਸਵੀਰਾਂ ਜ਼ਿਲ੍ਹਾ ਮੋਗਾ ਦੀਆਂ ਨੇ। ਅਸਲ 'ਚ ਪੁਲਿਸ ਵੱਲੋਂ ਮੋਗਾ 'ਚ ਨਸ਼ੇ ਖਿਲਾਫ ਸਰਚ ਮੁਹਿੰਮ ਛੇੜੀ ਗਈ ਹੈ। ਪੁਲਿਸ ਮੰਗਲਵਾਰ ਤੜਕੇ ਹੀ ਸੁੱਤੇ ਪਏ ਲੋਕਾਂ ਦੇ ਘਰਾਂ 'ਚ ਜਾ ਵੜੀ ਅਤੇ ਨਸ਼ੇ ਖਿਲਾਫ ਕਾਰਵਾਈ ਆਰੰਭ ਦਿੱਤੀ।
ਪੁਲਿਸ ਨੇ ਬਿਸਤਰਿਆਂ ਤੋਂ ਲੈ ਕੇ ਅਲਮਾਰੀਆਂ ਅਤੇ ਛੱਤਾਂ ਤੋਂ ਲੈ ਕੇ ਗੱਡੀਆਂ ਤੱਕ ਹਰ ਸ਼ੈ ਖੰਗਾਲੀ। ਹਾਲਾਂਕਿ ਪੁਲਿਸ ਦੇ ਹੱਥ ਇਸ ਦੌਰਾਨ ਕੁਝ ਵੀ ਨਾ ਲੱਗਾ, ਪਰ ਪੁਲਿਸ ਨੇ ਕਈ ਲੋਕਾਂ ਨੂੰ ਪੁੱਛਗਿੱਛ ਲਈ ਥਾਣੇ ਤਲਬ ਕੀਤਾ ਹੈ। ਦੱਸ ਦਈਏ ਕਿ ਪੰਜਾਬ 'ਚ ਨਵੀਂ ਸਰਕਾਰ ਆਉਣ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਐਕਸ਼ਨ 'ਚ ਨਜ਼ਰ ਆ ਰਹੀ ਹੈ। ਕਈ ਥਾਈਂ ਪੁਲਿਸ ਵੱਲੋਂ ਛਾਪੇਮਾਰੀ ਕੀਤੀਆਂ ਜਾ ਰਹੀਆਂ ਨੇ, ਪਰ ਇਸ ਦੌਰਾਨ ਨਸ਼ਾ ਕਦੋਂ ਤੱਕ ਖਤਮ ਹੋਵੇਗਾ ਅਤੇ ਕਿਵੇਂ ਖਤਮ ਹੋਵੇਗਾ, ਇਹ ਸਵਾਲ ਲਗਾਤਾਰ ਪੁੱਛਿਆ ਜਾ ਰਿਹਾ ਹੈ। ਮੋਗਾ ਤੋਂ ਦੀਪਕ ਸਿੰਘਲਾ, ਨਿਊਜ਼ 18 ਪੰਜਾਬ। ਤਾਂ ਪੁਲਿਸ ਦਾ ਐਕਸ਼ਨ ਵੱਖ-ਵੱਖ ਥਾਵਾਂ ਦੇ ਉੱਤੇ ਨਜ਼ਰ ਆ ਰਿਹਾ ਹੈ, ਪਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਔਰ ਖਾਸ ਤੌਰ ਤੇ ਗੈਂਗਸਟਰਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਇੱਕ ਪੂਰੀ ਮੁਹਿੰਮ ਵਿੱਢੀ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਦੇ ਵੱਲੋਂ ਜ਼ਿਲ੍ਹਿਆਂ ਦੇ ਐਸਐਸਪੀ ਦੇ ਨਾਲ, ਪੰਜਾਬ ਭਰ ਦੇ ਜ਼ਿਲ੍ਹਿਆਂ ਤੋਂ ਐਸਐਸਪੀ ਸੱਦੇ ਗਏ, ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਚੰਡੀਗੜ੍ਹ ਦੇ ਵਿੱਚ। ਗੈਂਗਸਟਰਾਂ ਦੇ ਖਿਲਾਫ ਸਖਤੀ ਦੇ ਆਦੇਸ਼ ਦਿੱਤੇ ਗਏ ਨੇ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ ਹੈ। ਏਡੀਜੀਪੀ ਰੈਂਕ ਦਾ ਅਧਿਕਾਰੀ ਅਗਵਾਈ ਕਰੇਗਾ। ਡਰੱਗ ਦੇ ਖਿਲਾਫ ਮੁਹਿੰਮ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਚਰਚਾ ਇਸ ਮੀਟਿੰਗ ਦੇ ਵਿੱਚ ਹੋਈ ਹੈ। ਇੱਕ ਦਿਨ ਪਹਿਲਾਂ ਯਾਨੀ ਕਿ ਸੋਮਵਾਰ ਨੂੰ ਸੂਬੇ ਭਰ ਦੇ ਡੀਸੀਜ਼ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ। ਮੰਡੀਆਂ ਦੇ ਇੰਤਜ਼ਾਮਾਂ ਨੂੰ ਲੈ ਕੇ, ਉੱਥੇ ਜਿਹੜੇ ਹੋਰ ਮੁੱਦੇ ਨੇ ਉਹਨਾਂ ਨੂੰ ਲੈ ਕੇ ਹੋਈ। ਪਿੰਡਾਂ ਦੇ ਵਿੱਚ ਜਾ ਕੇ ਡੀਸੀਜ਼ ਨੂੰ ਕਿਹਾ ਗਿਆ ਕਿ ਤੁਸੀਂ ਉੱਥੇ ਮੁੱਦੇ ਸੁਲਝਾਓ। ਤੇ ਹੁਣ ਐਸਐਸਪੀਜ਼ ਦੇ ਨਾਲ ਮੁਲਾਕਾਤ ਮੰਗਲਵਾਰ ਦੇ ਦਿਨ ਹੋਈ ਹੈ, ਜਿਸ ਦੇ ਵਿੱਚ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਸੂਬੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦਰੁਸਤ ਰੱਖਿਆ ਜਾਵੇ ਤੇ ਇਸ ਦੇ ਨਾਲ ਨਸ਼ੇ ਤੇ ਗੈਂਗਸਟਰਾਂ ਦੇ ਖਿਲਾਫ ਵੀ ਮੁਹਿੰਮ ਛੇੜੀ ਜਾਵੇ। ਪੰਜਾਬ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਦੀ ਹੁਣ ਖੈਰ ਨਹੀਂ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ਬੇਹੱਦ ਪਰੇਸ਼ਾਨ ਹੈ। ਵਿਰੋਧੀਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ, ਜਿਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਨਵਾਂ ਫੈਸਲਾ ਸੁਣਾਇਆ ਹੈ। ਮੁੱਖ ਮੰਤਰੀ ਨੇ ਗੈਂਗਸਟਰਾਂ ਤੇ ਸ਼ਿਕੰਜਾ ਕੱਸਣ ਦੇ ਹੁਕਮ ਦਿੱਤੇ ਨੇ। ਸੀਐਮ ਮਾਨ ਨੇ ਮੰਗਲਵਾਰ ਨੂੰ तमाम ਐਸਐਸਪੀਜ਼ ਨਾਲ ਮੁਲਾਕਾਤ ਕੀਤੀ, ਜਿਸ 'ਚ ਗੈਂਗਸਟਰਾਂ ਤੇ ਨਕੇਲ ਕੱਸਣ ਸਣੇ ਕਈ ਫੈਸਲੇ ਕੀਤੇ ਗਏ ਨੇ। ਸਾਰੇ ਐਸਐਸਪੀ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਰਪਸ਼ਨ ਜਿਹੜੀ ਹੈ ਉਹ ਨਾ ਹੋਵੇ। ਅਗਰ ਕਿਸੇ ਵੀ ਤਰੀਕੇ ਨਾਲ ਕੋਈ ਕਰਪਸ਼ਨ ਹੁੰਦੀ ਹੈ ਤਾਂ ਫਿਰ ਸਿੱਧੇ ਤੌਰ ਤੇ ਐਕਸ਼ਨ ਜਿਹੜਾ ਵਾ ਐਸਐਸਪੀ ਦੇ ਉੱਤੇ ਹੁੰਦਾ ਹੋਇਆ ਨਜ਼ਰ ਆ ਸਕਦਾ ਹੈ। ਕਿਸੇ ਵੀ ਸਿਆਸੀ ਲੀਡਰ ਦੇ ਹੇਠਾਂ ਜਿਹੜਾ ਵਾ ਦਬਾਅ ਹੇਠਾਂ ਕੰਮ ਨਾ ਕੀਤਾ ਜਾਵੇ, ਇਹ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ। ਔਰ ਨਾਲ ਹੀ ਨਾਲ ਜਿਹੜੇ ਗੈਂਗਸਟਰ ਘੁੰਮ ਰਹੇ ਨੇ ਉਹਨਾਂ ਦੇ ਉੱਤੇ ਕੰਟਰੋਲ ਕੱਸਿਆ ਜਾਵੇ। ਸਾਫ਼ ਤੌਰ ਤੇ ਮੁੱਖ ਮੰਤਰੀ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਔਰ ਇਹ ਕਿਹਾ ਕਿ ਝੂਠੇ ਪਰਚੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਸ਼ਖਸ ਦੇ ਉੱਤੇ ਨਾ ਪਾਏ ਜਾਣ। ਬਿਨਾਂ ਕਿਸੇ ਸਿਆਸੀ ਦਬਾਅ ਦੇ ਹੇਠਾਂ ਪੰਜਾਬ ਪੁਲਿਸ ਕੰਮ ਕਰੇ। ਅਗਰ ਕਿਸੇ ਸਿਆਸੀ ਦਬਾਅ ਹੇਠ ਸ਼ਿਕਾਇਤ ਸਾਹਮਣੇ ਆਂਦੀ ਹੈ ਤਾਂ ਫਿਰ ਐਸਐਸਪੀ ਦੇ ਉੱਤੇ ਕਾਰਵਾਈ ਹੋਏਗੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਗੈਂਗਸਟਰਵਾਦ ਦੀਆਂ ਕਈ ਘਟਨਾਵਾਂ ਵਾਪਰੀਆਂ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕਤਲ ਹੋਇਆ। ਮੋਗਾ 'ਚ 2 ਅਪ੍ਰੈਲ ਨੂੰ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਸ ਕਾਰਨ ਕਾਂਗਰਸ ਨੇ ਕਾਨੂੰਨ ਵਿਵਸਥਾ ਨੂੰ ਮੁੱਦਾ ਬਣਾ ਰੱਖਿਆ ਸੀ। ਕਾਂਗਰਸ ਦਾ ਇਲਜ਼ਾਮ ਹੈ ਕਿ ਆਪ ਸਰਕਾਰ ਬਣਨ ਤੋਂ ਬਾਅਦ 5 ਕਾਂਗਰਸੀਆਂ ਦਾ ਕਤਲ ਹੋ ਚੁੱਕਿਆ ਹੈ। ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ 'ਚ ਹੋਏ ਕਾਂਗਰਸੀ ਵਰਕਰ ਦੇ ਕਤਲ ਨੂੰ ਲੈ ਕੇ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ ਤੇ ਬੈਠਣ ਦੀ ਚੇਤਾਵਨੀ ਵੀ ਦਿੱਤੀ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਆਲਾ ਅਧਿਕਾਰੀਆਂ ਦੀ ਬੈਠਕ ਬੁਲਾਈ ਸੀ। ਬੈਠਕ 'ਚ ਡੀਜੀਪੀ ਵੀਕੇ ਭਾਬਰਾ ਸਣੇ ਸਾਰੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਐਮਐਲਏ ਫੋਨ ਕਰੇ ਤਾਂ ਫਿਰ ਝੂਠੇ ਪਰਚੇ ਜਾਂ ਉਹਨਾਂ ਦੇ ਦਬਾਅ ਹੇਠਾਂ ਕੰਮ ਨਹੀਂ ਕਰਨਾ ਔਰ ਜ਼ੀਰੋ ਟੋਲਰੈਂਸ ਜਿਹੜੀ ਉਹ ਕਰਪਸ਼ਨ ਨੂੰ ਲੈ ਕੇ ਰਹੇਗੀ। ਕਿ ਕਿਸੇ ਵੀ ਤਰੀਕੇ ਨਾਲ ਅਗਰ ਕਿਤੇ ਪਤਾ ਲੱਗਦਾ ਹੈ ਕਿ ਕੋਈ ਪੁਲਿਸ ਮੁਲਾਜ਼ਮ ਚਾਹੇ ਐਸਐਚਓ ਹੋਵੇ, ਡੀਐਸਪੀ ਹੋਵੇ, ਪੈਸਾ ਲੈਂਦਾ ਫੜਿਆ ਜਾਂਦਾ ਹੈ ਤਾਂ ਫਿਰ ਸਿੱਧੇ ਤੌਰ ਤੇ ਐਕਸ਼ਨ ਜਿਹੜਾ ਵਾ ਉਹ ਹੋਏਗਾ। ਇਹ ਅਹਿਮ ਬੈਠਕ ਜਿਹੜੀ ਹੋਈ ਹੈ। ਇਸ ਤੋਂ ਪਹਿਲਾਂ ਸਾਰੇ ਸੂਬਿਆਂ ਦੇ ਡੀਸੀ ਦੇ ਨਾਲ ਵੀ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ ਕੀਤੀ ਗਈ ਸੀਗੀ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਕਪਾਈ, ਨਿਊਜ਼ 18 ਚੰਡੀਗੜ੍ਹ। ਤਾਂ ਗੈਂਗਸਟਰ ਕਲਚਰ ਨੂੰ ਖਤਮ ਕਰਨ ਦੇ ਲਈ, ਗੈਂਗਸਟਰਾਂ ਦੇ ਖਿਲਾਫ ਐਕਸ਼ਨ ਕਰਨ ਦੇ ਲਈ ਇੱਕ ਟਾਸਕ ਫੋਰਸ ਦਾ ਐਲਾਨ ਕੀਤਾ ਗਿਆ ਹੈ ਤੇ ਕਿੰਨੀ ਕਾਰਗਰ ਸਾਬਤ ਹੁੰਦੀ ਹੈ ਕਿ ਬਾਕੀ ਗੈਂਗਸਟਰਵਾਦ ਪੰਜਾਬ ਚੋਂ ਖਤਮ ਕਰਨ ਦੇ ਲਈ ਟਾਸਕ ਫੋਰਸ ਕਾਮਯਾਬ ਰਹੇਗੀ, ਇੱਕ ਵੱਡਾ ਸਵਾਲ ਹੈ। ਅੱਗੇ ਵਧਦੇ ਹਾਂ ਤੇ ਗੱਲ ਬਿਕਰਮ ਮਜੀਠੀਆ ਦੀ। ਬਿਕਰਮ ਮਜੀਠੀਆ ਇਹਨਾਂ ਗੈਂਗਸਟਰਾਂ ਤੋਂ ਹੀ ਖੁਦ ਨੂੰ ਖਤਰਾ ਦੱਸ ਰਹੇ ਨੇ। ਬਿਕਰਮ ਮਜੀਠੀਆ ਨੇ ਖੁਦ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਦੱਸਿਆ ਹੈ। ਮਜੀਠੀਆ ਦੇ ਵੱਲੋਂ ਕੋਰਟ ਦੇ ਵਿੱਚ ਇਸ ਸੰਬੰਧੀ ਇੱਕ ਪਟੀਸ਼ਨ ਵੀ ਦਾਖਲ ਕੀਤੀ ਗਈ ਹੈ ਤੇ ਇਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਦੇ ਵਿੱਚ ਕਿਵੇਂ ਦਾ ਸਲੂਕ ਕੀਤਾ ਜਾ ਰਿਹਾ ਉਹਨਾਂ ਦੇ ਨਾਲ, ਕਿਵੇਂ ਉਹਨਾਂ ਦੀ ਜ਼ਿੰਦਗੀ ਦਾਅ ਦੇ ਉੱਤੇ ਲਗਾਈ ਜਾ ਰਹੀ ਹੈ।
ਡਰੱਗ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਬਿਕਰਮ ਮਜੀਠੀਆ ਜੇਲ੍ਹ ਅੰਦਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ। ਜੇਲ੍ਹ ਦੇ ਵਿੱਚ ਕੀਤੇ ਜਾਂਦੇ ਵਿਹਾਰ ਤੋਂ ਵੀ ਔਖੇ ਨੇ। ਇਸ ਪੂਰੇ ਮਾਮਲੇ ਤੇ ਮਜੀਠੀਆ ਦੇ ਵੱਲੋਂ ਆਪਣੇ ਵਕੀਲਾਂ ਦੇ ਜ਼ਰੀਏ ਮੋਹਾਲੀ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਵਿੱਚ ਜੇਲ੍ਹ ਅੰਦਰ ਕੀਤੇ ਜਾ ਰਹੇ ਸਲੂਕ ਅਤੇ ਸੁਰੱਖਿਆ 'ਚ ਕੀਤੀ ਜਾ ਰਹੀ ਕੁਤਾਹੀ ਦਾ ਜ਼ਿਕਰ ਹੈ। ਮਜੀਠੀਆ ਦੇ ਵੱਲੋਂ ਦਾਖਲ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਮਜੀਠੀਆ ਨੇ ਖੁਦ ਜੇਲ੍ਹ ਨਹੀਂ ਚੁਣੀ ਅਤੇ ਉਸਨੇ ਗੱਦਿਆਂ ਤੱਕ ਦੀ ਵੀ ਸਹੂਲਤ ਨਹੀਂ ਲਈ। ਮਜੀਠੀਆ ਨੂੰ ਜੇਲ੍ਹ ਦੇ ਵਿੱਚ ਖਾਲਿਸਤਾਨ ਪੱਖੀ, ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਟਾਈਗਰ ਫੋਰਸ, ਖਾਲਿਸਤਾਨ ਜਿੰਦਾਬਾਦ ਫੋਰਸ ਤੋਂ ਜਾਣ ਦਾ ਖਤਰਾ ਹੈ। ਮਜੀਠੀਆ ਨੂੰ ਜੇਲ੍ਹ ਅੰਦਰ ਬੈਠੇ ਅਤੇ ਬਾਹਰ ਘੁੰਮ ਰਹੇ ਗੈਂਗਸਟਰਾਂ ਤੋਂ ਵੀ ਖਤਰਾ ਹੈ। ਇਹ ਗੱਲ ਡੀਜੀਪੀ ਦੇ ਧਿਆਨ ਦੇ ਵਿੱਚ ਵੀ ਲਿਆਂਦੀ ਗਈ ਹੈ। ਇਸ ਸੰਬੰਧੀ ਖੁਫੀਆ ਵਿਭਾਗ ਦੀਆਂ ਇਨਪੁਟਸ ਵੀ ਨੇ, ਪਰ ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਜੇਲ੍ਹ ਮੰਤਰੀ ਨੇ ਸਿਆਸੀ ਡਰਾਮੇ ਦੇ ਲਈ ਪਟਿਆਲਾ ਜੇਲ੍ਹ ਅਤੇ ਬਿਕਰਮ ਮਜੀਠੀਆ ਦੀ ਬੈਰਕ ਦਾ ਦੌਰਾ ਕੀਤਾ। ਜੇਲ੍ਹ ਨਿਯਮਾਂ ਦੇ ਉਲਟ ਹਥਿਆਰਬੰਦ PSO ਨਾਲ ਲਿਜਾ ਕੇ ਆਪਣੀ ਤਾਕਤ ਦੀ ਨੁਮਾਇਸ਼ ਕੀਤੀ। ਇਕਲੌਤਾ ਮਕਸਦ ਮਜੀਠੀਆ ਨੂੰ ਨੀਵਾਂ ਦਿਖਾਉਣਾ ਸੀ। ਮਜੀਠੀਆ ਤੇ ਉਸ ਦੀ ਬੈਰਕ ਦੇ ਵਿੱਚੋਂ ਕੁਝ ਨਹੀਂ ਮਿਲਿਆ, ਜਿਸ ਨਾਲ ਮੰਤਰੀ ਦੇ ਹੰਕਾਰ ਨੂੰ ਠੇਸ ਪਹੁੰਚੀ ਅਤੇ ਉਹਨਾਂ ਨੇ ਜੇਲ੍ਹ ਅਥਾਰਟੀ ਨੂੰ ਮਜੀਠੀਆ ਕੋਲੋਂ ਬੁਨਿਆਦੀ ਸਹੂਲਤਾਂ ਵਾਪਸ ਲੈਣ ਦਾ ਵੀ ਹੁਕਮ ਦੇ ਦਿੱਤਾ, ਜਿਸ ਨਾਲ ਪਟੀਸ਼ਨਕਰਤਾ ਦੀ ਸੁਰੱਖਿਆ ਦਾਅ ਤੇ ਲਾ ਦਿੱਤੀ ਗਈ। ਪਿਛਲੀ ਰਾਤ ਮਜੀਠੀਆ ਨੂੰ DIG ਜੇਲ੍ਹ ਵੱਲੋਂ ਫਾਂਸੀ ਚੱਕੀ ਦੇ ਵਿੱਚ ਘੁਮਾਇਆ ਗਿਆ, ਜਿੱਥੇ ਸਿਰਫ ਮੌਤ ਦੀ ਸਜ਼ਾ ਵਾਲੇ ਕੈਦੀ ਹੀ ਰੱਖੇ ਜਾਂਦੇ ਨੇ। ਜਦੋਂ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ DIG ਨੂੰ ਪਤਾ ਲੱਗਿਆ ਕਿ ਇੱਥੇ ਮਜੀਠੀਆ ਨੂੰ ਨਹੀਂ ਰੱਖਿਆ ਜਾ ਸਕਦਾ, ਤਾਂ ਉਸ ਨੂੰ ਜੋੜਾ ਚੱਕੀ ਦੇ ਵਿੱਚ ਸ਼ਿਫਟ ਕੀਤਾ ਗਿਆ, ਜੋ ਫਾਂਸੀ ਵਾਲੀ ਚੱਕੀ ਦੇ ਨਾਲ ਹੈ। ਇਸ ਚੱਕੀ ਵਿੱਚ ਵੀ ਉਹਨਾਂ ਕੈਦੀਆਂ ਨੂੰ ਹੀ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਜੇਲ੍ਹ ਦੇ ਨਿਯਮ ਤੋੜਨ ਬਦਲੇ ਸਖਤ ਸਜ਼ਾ ਦਿੱਤੀ ਜਾਂਦੀ ਹੈ। ਜੇਲ੍ਹ ਅਧਿਕਾਰੀਆਂ ਨੇ ਸਪਸ਼ਟ ਤੌਰ ਤੇ ਦੱਸਿਆ ਕਿ ਇਹ ਸਭ ਕੁਝ ਜੇਲ੍ਹ ਮੰਤਰੀ ਦੇ ਜ਼ੁਬਾਨੀ ਹੁਕਮਾਂ ਤੇ ਹੋ ਰਿਹਾ ਹੈ। ਕੱਲ ਤੱਕ ਜਿਸ ਬੈਰਕ ਦੇ ਵਿੱਚ ਮਜੀਠੀਆ ਨੂੰ ਰੱਖਿਆ ਗਿਆ ਸੀ, ਉਹ ਕੋਵਿਡ ਮਰੀਜ਼ਾਂ ਦੇ ਲਈ ਬਣੀ ਬੈਰਕ ਸੀ। ਅਦਾਲਤ ਉਸ ਬੈਰਕ ਦੇ ਵਿੱਚ ਰੱਖੇ ਕੈਦੀਆਂ ਦੀ ਲਿਸਟ ਮੰਗ ਲਵੇ ਤਾਂ ਪਤਾ ਲੱਗ ਜਾਵੇਗਾ ਕਿ ਉਸ ਬੈਰਕ ਦੇ ਵਿੱਚ ਕੋਈ ਹੋਰ ਸਹੂਲਤ ਨਹੀਂ, ਬਲਕਿ ਉਹੀ ਕੈਦੀ ਰੱਖੇ ਜਾਂਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਨੂੰ ਕੋਈ ਖਤਰਾ ਹੈ। ਸਿਆਸੀ ਅਕਾਵਾਂ ਦੀ ਕਮਾਂਡ ਹੇਠ ਜਾਣਬੁੱਝ ਕੇ ਮਜੀਠੀਆ ਦੀ ਜ਼ਿੰਦਗੀ ਨੂੰ ਦਾਅ ਤੇ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਲਗਾਤਾਰ ਉਹ ਜਦ ਦੇ 24 ਫਰਵਰੀ ਦੇ ਕਸਟਡੀ ਦੇ ਵਿੱਚ ਨੇ, ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹਨਾਂ ਨੂੰ ਬੈਰਕ ਦੇ ਵਿੱਚ ਰੱਖਿਆ ਗਿਆ। ਕੱਲ ਰਾਤ ਅਚਨਚੇਕ ਉਹਨਾਂ ਨੂੰ ਉਸ ਬੈਰਕ ਚੋਂ ਕੱਢ ਕੇ ਫਾਂਸੀ ਵਾਲੀ ਚੱਕੀ ਦੇ ਵਿੱਚ, ਜਿੱਥੇ ਕਨਵਿਕਟਸ ਨੂੰ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਉਹਨਾਂ ਨੂੰ ਰੱਖਿਆ ਜਾਂਦਾ ਔਰ ਲੀਗਲੀ ਬਿਕਰਮ ਮਜੀਠੀਆ ਸਾਹਿਬ ਨੂੰ ਉੱਥੇ ਨਹੀਂ ਰੱਖਿਆ ਜਾ ਸਕਦਾ। ਔਰ ਫਿਰ ਜਦੋਂ ਦੇਖਿਆ ਸਰਕਾਰ ਨੇ ਕੋਈ ਤਾਂ ਐਂਟਰੀ ਨਹੀਂ ਹੋਣੀ, ਫਿਰ ਉਹਨਾਂ ਨੂੰ ਜੋੜਾ ਚੱਕੀ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਉਹਨਾਂ ਨੂੰ ਰੱਖਿਆ ਜਾਂਦਾ ਕ੍ਰਿਮੀਨਲਸ ਨੂੰ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਕੋਈ ਕ੍ਰਾਈਮ ਕੀਤਾ ਹੋਵੇ। ਮਜੀਠੀਆ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਜੇਲ੍ਹ ਅਥਾਰਟੀ ਨੂੰ ਹੁਕਮ ਕੀਤੇ ਜਾਣ ਕਿ ਜੇਲ੍ਹ ਦੇ ਅੰਦਰ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਤਾਂ ਅਸੀਂ ਰਿਟਨ ਜਿਹੜੀ ਆਪਣੀ ਐਪਲੀਕੇਸ਼ਨ ਹੈ, ਜਿਹੜੀ ਐਪਰੀਹੈਂਸ਼ਨ ਹੈ, ਜਿਹੜੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਔਰ ਕਿਸ ਤਰੀਕੇ ਨਾਲ ਸਿਕਿਉਰਿਟੀ ਏਜੰਸੀਜ਼ ਕਹਿ ਰਹੀਆਂ ਨੇ ਕਿ ਜਾਨ ਨੂੰ ਖਤਰਾ ਹੈ, ਪੰਜਾਬ ਸਰਕਾਰ ਦੀਆਂ ਏਜੰਸੀਜ਼ ਕਹਿ ਰਹੀਆਂ ਨੇ। ਸੋ ਇਹ ਸਾਰੀਆਂ ਗੱਲਾਂ ਅਸੀਂ ਰਿਟਨ ਕੋਰਟ ਅੱਗੇ ਰੱਖੀਆਂ ਨੇ ਕਿ ਕਿਹੜੀ ਬਿਨਾਂ ਤੇ ਉਹਨਾਂ ਦੀ ਬੈਰਕ ਸ਼ਿਫਟ ਕਰਕੇ ਉਹਨਾਂ ਨੂੰ ਜੋੜਾ ਚੱਕੀ ਦੇ ਵਿੱਚ ਲਿਜਾਇਆ ਜਾ ਰਿਹਾ, ਜਿੱਥੇ ਕ੍ਰਿਮੀਨਲਸ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਨੇ ਜੇਲ੍ਹ ਦੇ ਅੰਦਰ ਕੋਈ ਕ੍ਰਾਈਮ ਕੀਤਾ ਹੋਵੇ। ਸੋ ਇਹ ਸਾਰੀਆਂ ਗੱਲਾਂ ਤੇ ਕੋਰਟ ਨੇ ਕੱਲ ਨੂੰ ਜੇਲ੍ਹ ਸੁਪਰਡੈਂਟ ਸਾਹਿਬ ਦੀ ਵੀ ਸਟੇਟਸ ਰਿਪੋਰਟ ਕਾਲ ਕੀਤੀ ਹੈ ਤੇ ਸਰਕਾਰ ਤੋਂ ਵੀ ਜਵਾਬ ਮੰਗਿਆ ਕਿ ਐਸਾ ਕਿਉਂ ਹੋ ਰਿਹਾ। 24 ਫਰਵਰੀ ਨੂੰ ਮਜੀਠੀਆ ਨੇ ਡਰੱਗ ਮਾਮਲੇ ਦੇ ਵਿੱਚ ਕੋਰਟ ਦੇ ਵਿੱਚ ਸਰੈਂਡਰ ਕੀਤਾ ਸੀ, ਜਿਸ ਤੋਂ ਬਾਅਦ ਮਜੀਠੀਆ ਨੂੰ ਸੰਗਰੂਰ ਜੇਲ੍ਹ ਭੇਜਿਆ ਗਿਆ, ਪਰ ਸੁਰੱਖਿਆ ਕਾਰਨਾਂ ਕਰਕੇ ਮਜੀਠੀਆ ਨੂੰ ਪਟਿਆਲਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਮਜੀਠੀਆ ਨੂੰ ਇੱਕ ਵੱਖਰੀ ਬੈਰਕ ਦੇ ਵਿੱਚ ਰੱਖਿਆ ਗਿਆ ਸੀ। ਮੰਗਲਵਾਰ ਨੂੰ ਮਜੀਠੀਆ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਮੋਹਾਲੀ ਕੋਰਟ ਦੇ ਵਿੱਚ ਪੇਸ਼ ਹੋਏ ਅਤੇ ਹੁਣ 19 ਅਪ੍ਰੈਲ ਨੂੰ ਮਾਮਲੇ ਵਿੱਚ ਅਗਲੀ ਸੁਣਵਾਈ ਹੋਵੇਗੀ। ਮੋਹਾਲੀ ਤੋਂ ਮਨੋਜ ਰਾਠੀ, ਨਿਊਜ਼ 18।